ओम शांति। ਅੱਜ ਬਾਬਾ ਦੇ 26/2/2021 ਦੇ ਮਹਾਵਚਨ ਬਾਬਾ ਨੇ ਅੱਜ ਆਪਣੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਸੰਗਮ ਯੁੱਗ ਤੇ ਤੁਹਾਨੂੰ ਨਵੀਂ ਅਤੇ ਨਿਰਾਲੀ ਨੌਲੇਜ ਮਿਲੀ ਹੈ। ਤੁਸੀਂ ਜਾਣਦੇ ਹੋ ਅਸੀਂ ਸਾਰੀਆਂ ਆਤਮਾਵਾਂ ਐਕਟਰਸ ਹਾਂ। ਇੱਕ ਦਾ ਪਾਰਟ ਨਾ ਮਿਲੇ ਦੂਸਰੇ ਨਾਲ। ਫਿਰ ਬਾਬਾ ਨੇ ਪ੍ਰਸ਼ਨ ਪੁੱਛਿਆ, ਮਾਇਆ ਉੱਤੇ ਜਿੱਤ ਪਾਉਣ ਦੇ ਲਈ ਤੁਹਾਨੂੰ ਰੂਹਾਨੀ ਯੋਧਿਆਂ ਨੂੰ, ਯੋਧੇ ਮਾਨਾ ਕਸ਼ਤਰੀਆਂ ਨੂੰ ਕਿਹੜੀ ਯੁਕਤੀ ਮਿਲੀ ਹੋਈ ਹੈ? ਉੱਤਰ ਹੈ, ਹੇ ਰੂਹਾਨੀ ਕਸ਼ਤਰੀਏ ਮਾਨਾ ਯੋਧੇ, ਤੁਸੀਂ ਸਦਾ ਸ਼੍ਰੀਮਤ ਤੇ ਚੱਲਦੇ ਰਹੋ। ਆਤਮ ਅਭਿਮਾਨੀ ਬਣ ਬਾਪ ਨੂੰ ਯਾਦ ਕਰੋ। ਰੋਜ਼ ਸਵੇਰੇ ਸਵੇਰੇ ਉੱਠ ਕੇ ਯਾਦ ਵਿੱਚ ਰਹਿਣ ਦੀ ਆਦਤ ਪਾਓ ਤਾਂ ਮਾਇਆ ਉੱਤੇ ਵਿਜੇ ਪ੍ਰਾਪਤ ਕਰ ਲਵੋਗੇ। ਉਲਟੇ ਸੁਲਟੇ ਸੰਕਲਪਾਂ ਤੋਂ ਬਚ ਜਾਵੋਗੇ। ਯਾਦ ਦੀ ਮਿੱਠੀ ਯੁਕਤੀ ਮਾਇਆ ਜੀਤ ਬਣਾ ਦੇਵੇਗੀ। गीत है, जिसका साथी है भगवान, उसको क्या रोकेगा आंधी और तूफान। ओम शांति। ਇਹ ਮਨੁੱਖਾਂ ਦੇ ਬਣਾਏ ਹੋਏ ਗੀਤ ਹਨ। ਇਸ ਦਾ ਅਰਥ ਕੋਈ ਕੁਝ ਵੀ ਨਹੀਂ ਜਾਣਦੇ। ਗੀਤ ਭਜਨ ਆਦਿ ਗਾਉਂਦੇ ਹਨ, ਮਹਿਮਾ ਕਰਦੇ ਹਨ ਭਗਤ ਲੋਕ, ਪਰੰਤੂ ਜਾਣਦੇ ਤਾਂ ਕੁਝ ਵੀ ਨਹੀਂ। ਮਹਿਮਾ ਬਹੁਤ ਕਰਦੇ ਹਨ। ਤੁਹਾਡੀ ਬੱਚਿਆਂ ਦੀ, ਤੁਸੀਂ ਬੱਚਿਆਂ ਨੂੰ ਕੋਈ ਦੀ ਮਹਿਮਾ ਨਹੀਂ ਕਰਨੀ ਹੈ। ਬੱਚੇ ਬਾਪ ਦੀ ਕਦੇ ਮਹਿਮਾ ਨਹੀਂ ਕਰਦੇ। ਬਾਪ ਜਾਣਦੇ ਹਨ ਕਿ ਇਹ ਮੇਰੇ ਬੱਚੇ ਹਨ, ਔਰ ਬੱਚੇ ਜਾਣਦੇ ਹਨ ਕਿ ਇਹ ਸਾਡਾ ਬਾਬਾ ਹੈ। ਬਾਪ ਔਰ ਬੱਚਿਆਂ ਦਾ ਆਪਸ ਵਿੱਚ ਰਿਸ਼ਤਾ ਹੁੰਦਾ ਹੈ। ਬੱਚਿਆਂ ਨੇ ਬਾਪ ਨੂੰ ਫੋਲੋ ਕਰਨਾ ਹੈ, ਬਾਪ ਦਾ ਨਾਮ ਉੱਚਾ ਕਰਨਾ ਹੈ, ਰੌਸ਼ਨ ਕਰਨਾ ਹੈ। ਬਾਬਾ ਕਹਿੰਦੇ ਇਸ ਤਰ੍ਹਾਂ ਨਹੀਂ ਕਿ ਬੱਚੇ ਬੈਠ ਕੇ ਬਾਪ ਦੀ ਮਹਿਮਾ ਹੀ ਕੋਈ ਗਾਉਂਦੇ ਰਹਿਣਗੇ। ਮਹਿਮਾ ਗਾਉਣ ਨਾਲ ਤਾਂ ਕੁਝ ਨਹੀਂ ਹੁੰਦਾ, ਲੇਕਿਨ ਬਾਪ ਸਮਾਨ ਬਣਨਾ ਹੈ। ਹੁਣ ਇਹ ਬੇਹੱਦ ਦੀ ਗੱਲ ਹੈ ਨਾ। ਫਿਰ ਵੀ ਸਾਰੇ ਬੇਹੱਦ ਦੇ ਬਾਪ ਨੂੰ ਯਾਦ ਕਰਦੇ ਹਨ। ਹੁਣ ਤੱਕ ਵੀ ਯਾਦ ਕਰਦੇ ਰਹਿੰਦੇ ਹਨ। ਭਗਵਾਨ ਨੂੰ ਕਹਿੰਦੇ ਹਨ, ਹੇ ਬਾਬਾ, ਇਸ ਦਾ ਨਾਮ ਹੈ ਸ਼ਿਵ ਬਾਬਾ। ਜਿਵੇਂ ਅਸੀਂ ਆਤਮਾਵਾਂ ਹਾਂ, ਇਸੇ ਤਰ੍ਹਾਂ ਸ਼ਿਵ ਬਾਬਾ ਹੈ। ਉਹ ਹੈ ਪਰਮ ਆਤਮਾ, ਜਿਸ ਨੂੰ ਸੁਪਰੀਮ ਕਿਹਾ ਜਾਂਦਾ ਹੈ। ਉਸ ਦੇ ਅਸੀਂ ਬੱਚੇ ਹਾਂ। ਉਸ ਨੂੰ ਸੁਪਰੀਮ ਸੋਲ ਮਾਨਾ ਪਰਮ ਆਤਮਾ ਕਹਿੰਦੇ ਹਨ। ਉਸ ਦਾ ਨਿਵਾਸ ਸਥਾਨ ਕਿੱਥੇ ਹੈ? ਪਰਮ ਧਾਮ ਵਿੱਚ। ਸਾਰੀਆਂ ਆਤਮਾਵਾਂ ਉੱਥੇ ਰਹਿੰਦੀਆਂ ਹਨ। ਐਕਟਰਸ ਹੀ ਸਾਰੀਆਂ ਆਤਮਾਵਾਂ ਹਨ ਨਾ। ਤੁਸੀਂ ਜਾਣਦੇ ਹੋ ਨਾਟਕ ਵਿੱਚ ਐਕਟਰਸ ਨੰਬਰਵਾਰ ਹੁੰਦੇ ਹਨ। ਹਰ ਇੱਕ ਦੇ ਪਾਰਟ ਅਨੁਸਾਰ ਇੰਨੀ ਤਨਖਾਹ ਵੀ ਮਿਲਦੀ ਹੈ। ਨਾਟਕ ਦੇ ਵਿੱਚ ਵੀ ਅਲੱਗ-ਅਲੱਗ ਰੋਲ ਹੁੰਦਾ ਹੈ। ਜਿਸ ਤਰ੍ਹਾਂ ਦਾ ਪਾਰਟ ਹੁੰਦਾ ਹੈ ਉਸੇ ਅਨੁਸਾਰ ਤਨਖਾਹ ਵੀ ਮਿਲਦੀ ਹੈ। ਸਾਰੀਆਂ ਆਤਮਾਵਾਂ ਜੋ ਉੱਥੇ ਰਹਿੰਦੀਆਂ ਹਨ ਸਭ ਪਾਰਟਧਾਰੀ ਹਨ, ਪਰੰਤੂ ਨੰਬਰਵਾਰ ਸਾਰਿਆਂ ਨੂੰ ਪਾਰਟ ਮਿਲਿਆ ਹੋਇਆ ਹੈ। ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਬੈਠ ਕੇ ਸਮਝਾਉਂਦੇ ਹਨ ਕਿ ਰੂਹਾਂ ਵਿੱਚ ਕਿਵੇਂ ਅਵਿਨਾਸ਼ੀ ਪਾਰਟ ਨੁੰਧਿਆ ਹੋਇਆ ਹੈ। ਸਾਰੀਆਂ ਰੂਹਾਂ ਦਾ ਪਾਰਟ ਇੱਕੋ ਵਰਗਾ ਤਾਂ ਨਹੀਂ ਹੋ ਸਕਦਾ ਨਾ। ਸਭ ਵਿੱਚ ਤਾਕਤ ਵੀ ਇੱਕੋ ਜਿਹੀ ਨਹੀਂ। ਤੁਸੀਂ ਜਾਣਦੇ ਹੋ ਕਿ ਸਭ ਤੋਂ ਵਧੀਆ ਪਾਰਟ ਉਹਨਾਂ ਦਾ ਹੈ ਜੋ ਪਹਿਲਾਂ ਸ਼ਿਵ ਦੀ ਰੁਦਰਮਾਲਾ ਵਿੱਚ ਹਨ। ਨਾਟਕ ਵਿੱਚ ਜੋ ਬਹੁਤ ਚੰਗੇ ਚੰਗੇ ਐਕਟਰਸ ਹੁੰਦੇ ਹਨ, ਉਹਨਾਂ ਦੀ ਬਹੁਤ ਮਹਿਮਾ ਹੁੰਦੀ ਹੈ। ਸਿਰਫ ਉਹਨਾਂ ਨੂੰ ਦੇਖਣ ਲਈ ਵੀ ਲੋਕ ਜਾਂਦੇ ਹਨ। ਇਹ ਤਾਂ ਫਿਰ ਬੇਹੱਦ ਦਾ ਡਰਾਮਾ ਹੈ ਨਾ। ਇਸ ਬੇਹੱਦ ਦੇ ਡਰਾਮਾ ਤੋਂ ਵੀ ਉੱਚਾ ਇੱਕ ਬਾਪ ਹੈ। ਉੱਚੇ ਤੇ ਉੱਚਾ ਐਕਟਰ, ਕ੍ਰੀਏਟਰ, ਡਾਇਰੈਕਟਰ ਵੀ ਕਹੀਏ, ਉਹ ਸਭ ਹੈ ਹੱਦ ਦੇ ਐਕਟਰਸ, ਡਾਇਰੈਕਟਰਸ।
ਲੇਕਿਨ ਇਹ ਹੈ ਬੇਹੱਦ ਦੇ। ਤਾਂ ਉਹਨਾਂ ਨੂੰ ਆਪਣਾ ਛੋਟਾ ਪਾਰਟ ਮਿਲਿਆ ਹੋਇਆ ਹੈ। ਪਾਰਟ ਆਤਮਾ ਵਜਾਉਂਦੀ ਹੈ, ਪਰੰਤੂ ਦੇਹ ਅਭਿਮਾਨ ਦੇ ਕਾਰਨ ਕਹਿ ਦਿੰਦੇ ਹਨ ਮਨੁੱਖ ਦਾ ਇਸ ਤਰ੍ਹਾਂ ਪਾਰਟ ਹੈ। ਬਾਬਾ ਕਹਿੰਦੇ ਹਨ ਪਾਰਟ ਤਾਂ ਸਾਰਾ ਆਤਮਾ ਦਾ ਹੈ। ਆਤਮ ਅਭਿਮਾਨੀ ਬਣਨਾ ਪੈਂਦਾ ਹੈ। ਬਾਪ ਨੇ ਸਮਝਾਇਆ ਹੈ ਕਿ ਸਤਯੁਗ ਵਿੱਚ ਆਤਮ ਅਭਿਮਾਨੀ ਹੁੰਦੇ ਹਨ, ਬਾਪ ਨੂੰ ਨਹੀਂ ਜਾਣਦੇ। ਇੱਥੇ ਕਲਯੁਗ ਦੇ ਵਿੱਚ ਤਾਂ ਕੋਈ ਵੀ ਆਤਮ ਅਭਿਮਾਨੀ ਨਹੀਂ ਹੁੰਦੇ ਅਤੇ ਨਾ ਹੀ ਬਾਪ ਨੂੰ ਜਾਣਦੇ ਹਨ। ਹੁਣ ਤੁਸੀਂ ਆਤਮ ਅਭਿਮਾਨੀ ਬਣੇ ਹੋ ਅਤੇ ਬਾਪ ਨੂੰ ਵੀ ਜਾਣਦੇ ਹੋ। ਤੁਹਾਨੂੰ ਬ੍ਰਾਹਮਣਾਂ ਨੂੰ ਨਿਰਾਲੀ ਨੌਲੇਜ ਮਿਲਦੀ ਹੈ। ਤੁਸੀਂ ਆਤਮਾ ਨੂੰ ਜਾਣ ਗਏ ਹੋ ਕਿ ਅਸੀਂ ਸਾਰੀਆਂ ਆਤਮਾਵਾਂ ਐਕਟਰਸ ਹਾਂ। ਸਭ ਨੂੰ ਪਾਰਟ ਮਿਲਿਆ ਹੋਇਆ ਹੈ। ਜੋ ਇੱਕ ਨਾ ਮਿਲੇ ਦੂਸਰੇ ਨਾਲ, ਉਹ ਪਾਰਟ ਸਾਰਾ ਆਤਮਾ ਵਿੱਚ ਹੈ। ਵੈਸੇ ਤਾਂ ਜੋ ਨਾਟਕ ਬਣਾਉਂਦੇ ਹਨ ਉਹ ਵੀ ਪਾਰਟ ਆਤਮਾ ਹੀ ਧਾਰਨ ਕਰਦੀ ਹੈ। ਆਤਮਾ ਅੱਛਾ ਪਾਰਟ ਵਜਾਉਂਦੀ ਹੈ। ਆਤਮਾ ਹੀ ਕਹਿੰਦੀ ਹੈ ਮੈਂ ਗਵਰਨਰ ਹਾਂ। ਕਿਸੇ ਨੂੰ ਗਵਰਨਰ ਦਾ ਰੋਲ ਮਿਲਿਆ ਹੈ ਔਰ ਮੈਂ ਫਲਾਣਾ ਹਾਂ, ਪਰੰਤੂ ਆਤਮ ਅਭਿਮਾਨੀ ਨਹੀਂ ਬਣਦੇ। ਉਹਨਾਂ ਨੂੰ ਤਾਂ ਬਾਡੀ ਕੌਨਸ਼ੀਅਸਨੈਸ ਹੁੰਦਾ ਹੈ, ਦੇਹ ਅਭਿਮਾਨ ਹੁੰਦਾ ਹੈ ਕਿ ਮੈਂ ਫਲਾਣਾ ਹਾਂ, ਮੈਂ ਫਲਾਣਾ ਹਾਂ। ਬਾਬਾ ਕਹਿੰਦੇ ਕੋਈ ਆਤਮ ਅਭਿਮਾਨੀ ਨਹੀਂ ਹੁੰਦੇ। ਸਤਯੁਗ ਵਿੱਚ ਸਮਝਣਗੇ ਕਿ ਮੈਂ ਆਤਮਾ ਹਾਂ। ਇੱਕ ਸਰੀਰ ਛੱਡ ਦੂਸਰਾ ਲੈਣਾ ਹੈ। ਪਰਮਾਤਮਾ ਨੂੰ ਉੱਥੇ ਕੋਈ ਨਹੀਂ ਜਾਣਦੇ। ਇਸ ਸਮੇਂ ਸਭ ਕੁਝ ਤੁਸੀਂ ਜਾਣਦੇ ਹੋ। ਸ਼ੂਦਰਾਂ ਅਤੇ ਦੇਵਤਿਆਂ ਤੋਂ ਵੀ ਉੱਤਮ ਤਾਂ ਬ੍ਰਾਹਮਣ ਹੈ ਨਾ। ਇੰਨੇ ਢੇਰ ਬ੍ਰਾਹਮਣ ਕਿੱਥੋਂ ਆਉਣਗੇ ਜੋ ਬਣਨਗੇ? ਬਾਬਾ ਕਹਿ ਰਹੇ ਲੱਖਾਂ ਆਉਂਦੇ ਹਨ ਪ੍ਰਦਰਸ਼ਨੀ ਵਿੱਚ। ਜਿਸ ਨੇ ਚੰਗੀ ਤਰ੍ਹਾਂ ਸਮਝਿਆ, ਗਿਆਨ ਸੁਣਿਆ, ਉਹ ਪ੍ਰਜਾ ਬਣ ਗਏ। ਇੱਕ ਇੱਕ ਰਾਜਾ ਦੀ ਪ੍ਰਜਾ ਬਹੁਤ ਹੁੰਦੀ ਹੈ। ਤੁਸੀਂ ਪ੍ਰਜਾ ਬਹੁਤ ਬਣਾ ਰਹੇ ਹੋ। ਪ੍ਰਦਰਸ਼ਨੀ ਪ੍ਰੋਜੈਕਟਰ ਤੋਂ ਕੋਈ ਸਮਝ ਕੇ ਅੱਛੇ ਵੀ ਬਣ ਜਾਣਗੇ, ਸਿੱਖਣਗੇ, ਯੋਗ ਲਗਾਉਣਗੇ, ਉਹੀ ਫਿਰ ਨਿਕਲਦੇ ਜਾਣਗੇ। ਪ੍ਰਜਾ ਵੀ ਨਿਕਲੇਗੀ, ਫਿਰ ਸਾਹੂਕਾਰ, ਰਾਜਾ, ਰਾਣੀ, ਗਰੀਬ ਆਦਿ ਸਭ ਨਿਕਲਣਗੇ। ਪ੍ਰਿੰਸ ਪ੍ਰਿੰਸੈਸ ਵੀ ਬਹੁਤ ਹਨ। ਸਿਰਫ 8 ਜਾਂ 108 ਤਾਂ ਨਹੀਂ ਹੋਣਗੇ ਨਾ, ਲੇਕਿਨ ਹੁਣ ਸਭ ਬਣ ਰਹੇ ਹਨ। ਤੁਸੀਂ ਸਰਵਿਸ ਕਰ ਰਹੇ ਹੋ। ਅੱਗੇ ਬਾਬਾ ਕਹਿ ਰਹੇ ਅਗਲੀ ਪੁਆਇੰਟ ਵਿੱਚ ਕਿ ਤੁਹਾਡੇ ਵਿੱਚ ਵੀ ਜੋ ਚੰਗਾ ਭਾਸ਼ਣ ਕਰਦੇ ਹਨ ਤਾਂ ਸਭ ਕਹਿਣਗੇ ਨਾ ਕਿ ਇਸ ਨੇ ਤਾਂ ਬਹੁਤ ਵਧੀਆ ਭਾਸ਼ਣ ਕੀਤਾ ਹੈ। ਦੂਸਰਿਆਂ ਦਾ ਸੁਣਨਗੇ ਤਾਂ ਵੀ ਕਹਿਣਗੇ ਪਹਿਲੇ ਵਾਲੇ ਤਾਂ ਚੰਗਾ ਸਮਝਾਉਂਦੇ ਸੀ। ਤੀਸਰੇ ਫਿਰ ਉਹਨਾਂ ਤੋਂ ਤਿੱਖੇ ਹੋਣਗੇ ਤਾਂ ਕਹਿਣਗੇ ਇਹ ਉਹਨਾਂ ਤੋਂ ਵੀ ਤਿੱਖੇ ਹਨ। ਹੁਣ ਮਨੁੱਖ ਜਿੱਦਾਂ ਦਾ ਸੁਣਦਾ ਹੈ ਉਸੇ ਤਰ੍ਹਾਂ ਉਹ ਮਤਲਬ ਡਿਸੀਜ਼ਨ ਲੈਂਦਾ ਹੈ ਔਰ ਨਿਰਣੈ ਲੈਂਦਾ ਹੈ ਕਿ ਫਲਾਣੇ ਨੇ ਬਹੁਤ ਅੱਛਾ ਕੀਤਾ, ਫਲਾਣੇ ਨੇ ਹੋਰ ਅੱਛਾ ਸਮਝਾਇਆ। ਬਾਬਾ ਕਹਿੰਦੇ ਪਰੰਤੂ ਹਰ ਗੱਲ ਵਿੱਚ ਪੁਰਸ਼ਾਰਥ ਤਾਂ ਕਰਨਾ ਹੁੰਦਾ ਹੈ ਕਿ ਅਸੀਂ ਉਸ ਤੋਂ ਉੱਪਰ ਜਾਈਏ। ਹੁਣ ਅਸੀਂ ਇੱਕ ਅੰਦਰ ਲਗਨ ਹੋਣੀ ਚਾਹੀਦੀ ਹੈ ਕਿ ਅਸੀਂ ਉਸ ਤੋਂ ਵੀ ਅੱਗੇ ਜਾਈਏ। ਹੁਸ਼ਿਆਰ ਜੋ ਹੁੰਦੇ ਹਨ ਉਹ ਝੱਟ ਹੱਥ ਉਠਾ ਲੈਂਦੇ ਹਨ ਭਾਸ਼ਣ ਕਰਨ ਦੇ ਲਈ। ਤੁਸੀਂ ਸਭ ਪੁਰਸ਼ਾਰਥੀ ਹੋ। ਬਾਬਾ ਕਹਿ ਰਹੇ ਅੱਗੇ ਚੱਲ ਕੇ ਮੇਲ ਟ੍ਰੇਨ ਬਣ ਜਾਓਗੇ। ਮਾਨਾ ਜਿਹੜੀ ਸਪੀਡ ਹੈ ਉਹ ਹੋਰ ਜ਼ਿਆਦਾ ਤੀਵਰ ਹੋ ਜਾਏਗੀ। ਬਾਬਾ ਕਹਿੰਦੇ ਦੇਖੋ ਮੰਮਾ ਸਪੈਸ਼ਲ ਮੇਲ ਟ੍ਰੇਨ ਸੀ ਨਾ, ਮਾਨਾ ਬਹੁਤ ਮੰਮਾ ਦਾ ਤੀਵਰ ਪੁਰਸ਼ਾਰਥ ਸੀ। ਲੌਕਿਕ ਬਾਪ ਦਾ ਦੇਖੋ ਕੋਈ ਬੱਚਾ ਚੰਗੀ ਤਰ੍ਹਾਂ ਪੜ੍ਹ ਕੇ ਉੱਚਾ ਪਦ ਪਾਉਂਦਾ ਹੈ ਤਾਂ ਬਾਪ ਸਮਝਦੇ ਹਨ ਕਿ ਇਹ ਬੱਚਾ ਬਹੁਤ ਨਾਮ ਕੱਢੇਗਾ। ਇਹ ਵੀ ਸਮਝਦੇ ਹਨ ਕਿ ਫਲਾਣਾ ਬੱਚਾ ਇਸ ਰੂਹਾਨੀ ਸਰਵਿਸ ਵਿੱਚ ਬਹੁਤ ਹੁਸ਼ਿਆਰ ਹੈ। ਮੁੱਖ ਤਾਂ ਭਾਸ਼ਣ ਹੈ ਨਾ, ਕਿਸਨੂੰ ਵੀ ਬਾਪ ਦਾ ਸੁਨੇਹਾ ਦੇਣਾ, ਸਮਝਾਉਣਾ। ਬਾਬਾ ਨੇ ਮਿਸਾਲ ਵੀ ਦੱਸਿਆ ਹੈ ਕਿ ਕਿਸ ਨੂੰ 5 ਬੱਚੇ ਸੀ ਤਾਂ ਕੋਈ ਨੇ ਪੁੱਛਿਆ ਤੁਹਾਨੂੰ ਕਿੰਨੇ ਬੱਚੇ ਹਨ ਤਾਂ ਬੋਲਿਆ ਕਿ 2 ਬੱਚੇ ਹਨ। ਕਿਹਾ ਤੁਹਾਨੂੰ ਤਾਂ 5 ਬੱਚੇ ਹਨ। ਕਿਹਾ ਸਪੂਤ 2 ਹੀ ਹਨ। ਅੱਗੇ ਵਾਲੇ ਨੇ ਕੀ ਜਵਾਬ ਦਿੱਤਾ ਕਿ ਸਪੂਤ 2 ਹੀ ਹਨ।
ਇੱਥੇ ਵੀ ਬਾਬਾ ਕਹਿੰਦੇ ਇਸ ਤਰ੍ਹਾਂ ਹਨ। ਬੱਚੇ ਤਾਂ ਬਹੁਤ ਹਨ। ਬਾਪ ਕਹਿਣਗੇ ਇਹ ਡਾਕਟਰ ਨਿਰਮਲਾ ਬੱਚੀ ਬਹੁਤ ਅੱਛੀ ਹੈ। ਬਾਬਾ ਨੇ ਨਿਰਮਲਾ ਦੀਦੀ ਦੀ ਕਿੰਨੀ ਮਹਿਮਾ ਕੀਤੀ। ਨਿਰਮਲਾ ਦੀਦੀ ਕਿੰਨੀ ਅੱਛੀ ਹੈ। ਬਹੁਤ ਪ੍ਰੇਮ ਨਾਲ ਲੌਕਿਕ ਬਾਪ ਨੂੰ ਸਮਝਾ ਕੇ ਸੈਂਟਰ ਖੁਲਵਾ ਦਿੱਤਾ ਹੈ। ਇਹ ਭਾਰਤ ਦੀ ਸਰਵਿਸ ਹੈ। ਬਾਬਾ ਕਹਿੰਦੇ ਤੁਸੀਂ ਭਾਰਤ ਨੂੰ ਸਵਰਗ ਬਣਾਉਂਦੇ ਹੋ। ਤਾਂ ਸਾਨੂੰ ਵੀ ਇੱਦਾਂ ਜਿਹੜੇ ਵੱਡੇ ਆ ਆਦਿ ਰਤਨ ਆ ਜਿਨ੍ਹਾਂ ਦੀ ਬਾਬਾ ਮਹਿਮਾ ਕਰ ਰਹੇ ਤਾਂ ਸਾਨੂੰ ਫੋਲੋ ਕਰਨਾ ਚਾਹੀਦਾ ਹੈ। ਤਾਂ ਬਾਬਾ ਕਹਿ ਰਹੇ ਕਿ ਇਸ ਭਾਰਤ ਨੂੰ ਨਰਕ ਰਾਵਣ ਨੇ ਬਣਾਇਆ। ਇੱਕ ਸੀਤਾ ਕੈਦ ਵਿੱਚ ਨਹੀਂ ਸੀ, ਪਰੰਤੂ ਤੁਸੀਂ ਸਾਰੀਆਂ ਸੀਤਾਵਾਂ ਰਾਵਣ ਦੀ ਕੈਦ ਵਿੱਚ ਹੋ। ਬਾਕੀ ਸ਼ਾਸਤਰਾਂ ਵਿੱਚ ਤਾਂ ਦੰਤ ਕਥਾਵਾਂ ਲਿਖ ਦਿੱਤੀਆਂ। ਇਹ ਭਗਤੀ ਮਾਰਗ ਵੀ ਡਰਾਮਾ ਵਿੱਚ ਹੈ। ਤੁਸੀਂ ਜਾਣਦੇ ਹੋ ਸਤਯੁਗ ਤੋਂ ਲੈ ਕੇ ਜੋ ਕੁਝ ਪਾਸ ਹੋਇਆ ਉਹ ਰਿਪੀਟ ਹੋਵੇਗਾ। ਆਪੇ ਹੀ ਪੂਜੇ ਆਪੇ ਹੀ ਪੁਜਾਰੀ ਬਣਦੇ ਹਨ। ਬਾਪ ਕਹਿੰਦੇ ਹਨ ਮੈਨੂੰ ਆ ਕੇ ਪੂਜੇ ਤੋਂ ਪੁਜਾਰੀ ਬਣਾਉਣਾ ਹੈ। ਬਾਬਾ ਕਹਿ ਰਹੇ ਤੁਸੀਂ ਹੋ ਰੂਹਾਨੀ ਯੋਧੇ। ਉਹ ਤਾਂ ਜਿਸਮਾਨੀ ਯੋਧੇ ਹੁੰਦੇ ਹਨ। ਉਹਨਾਂ ਨੂੰ ਕਿਹਾ ਜਾਂਦਾ ਹੈ ਬਾਹੂਬਲ ਨਾਲ ਲੜਨਾ ਝਗੜਨਾ। ਬਾਬਾ ਕਹਿੰਦੇ ਤੁਹਾਡੀ ਤਾਂ ਕੋਈ ਇਸ ਤਰ੍ਹਾਂ ਦੀ ਲੜਾਈ ਨਹੀਂ ਹੈ ਨਾ। ਤੁਸੀਂ ਤਾਂ ਮਾਇਆ 'ਤੇ ਜਿੱਤ ਪ੍ਰਾਪਤ ਕਰਦੇ ਹੋ ਸ਼੍ਰੀਮਤ 'ਤੇ ਚੱਲ ਕੇ। ਰੂਹ ਨੂੰ ਬਾਪ ਆ ਕੇ ਸਿਖਾਉਂਦੇ ਹਨ ਬੱਚੇ ਮੈਨੂੰ ਯਾਦ ਕਰਨ ਨਾਲ ਫਿਰ ਮਾਇਆ ਖਾਏਗੀ ਨਹੀਂ। ਤੁਹਾਡੇ ਵੀ ਕਰਮ ਵਿਨਾਸ਼ ਹੋਣਗੇ। ਤੁਹਾਨੂੰ ਕੋਈ ਉਲਟਾ ਸੁਲਟਾ ਸੰਕਲਪ ਨਹੀਂ ਆਏਗਾ। ਬਾਪ ਨੂੰ ਯਾਦ ਕਰਨ ਨਾਲ ਖੁਸ਼ੀ ਰਹੇਗੀ। ਇਸ ਲਈ ਬਾਬਾ ਕਹਿੰਦੇ ਹਨ ਸਵੇਰੇ ਉੱਠ ਕੇ ਅਭਿਆਸ ਕਰੋ। ਬਾਬਾ ਕਿੰਨਾ ਮਿੱਠਾ ਹੈ। ਆਤਮਾ ਕਹਿੰਦੀ ਹੈ ਬਾਬਾ ਨੇ ਪਹਿਚਾਣ ਦਿੱਤੀ ਕਿ ਮੈਂ ਤੁਹਾਡਾ ਬਾਪ ਹਾਂ। ਅੱਛਾ ਫਿਰ ਬਾਬਾ ਨੇ ਯਾਦ ਪਿਆਰ ਦਿੱਤੀ। ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਆਤਮ ਅਭਿਮਾਨੀ ਬਣ ਇਸ ਬੇਹੱਦ ਨਾਟਕ ਵਿੱਚ ਹੀਰੋ ਪਾਰਟ ਵਜਾਉਣਾ ਹੈ। ਹਰ ਇੱਕ ਐਕਟਰ ਦਾ ਪਾਰਟ ਆਪਣਾ ਆਪਣਾ ਹੈ। ਇਸ ਲਈ ਕਿਸੇ ਨਾਲ ਵੀ ਕਿਸੇ ਦੇ ਪਾਰਟ ਨਾਲ ਵੀ ਰੀਸ ਨਹੀਂ ਕਰਨੀ ਹੈ। ਦੂਸਰਾ ਸਵੇਰੇ ਸਵੇਰੇ ਉੱਠ ਕੇ ਆਪਣੇ ਆਪ ਨਾਲ ਗੱਲਾਂ ਕਰਨੀਆਂ ਹਨ। ਅਭਿਆਸ ਕਰਨਾ ਹੈ ਕਿ ਮੈਂ ਇਸ ਸਰੀਰ ਦੀਆਂ ਕਰਮ ਇੰਦਰੀਆਂ ਤੋਂ ਅਲੱਗ ਹਾਂ। ਬਾਬਾ ਤੁਸੀਂ ਕਿੰਨੇ ਮਿੱਠੇ ਹੋ। ਤੁਸੀਂ ਸਾਨੂੰ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦਾ ਗਿਆਨ ਦਿੰਦੇ ਹੋ। ਵਰਦਾਨ ਹੈ ਸਦਾ ਦੇਹ ਅਭਿਮਾਨ ਅਤੇ ਦੇਹ ਦੀ ਬਦਬੂ ਤੋਂ ਦੂਰ ਰਹਿਣ ਵਾਲੇ ਇੰਦਰਪ੍ਰਸਥ ਨਿਵਾਸੀ ਭਵ। ਕਹਿੰਦੇ ਹਨ ਇੰਦਰਪ੍ਰਸਥ ਵਿੱਚ ਸਿਵਾਏ ਪਰੀਆਂ ਦੇ ਹੋਰ ਕੋਈ ਵੀ ਮਨੁੱਖ ਨਿਵਾਸ ਨਹੀਂ ਕਰ ਸਕਦੇ। ਮਨੁੱਖ ਅਰਥਾਤ ਜੋ ਆਪਣੇ ਨੂੰ ਆਤਮਾ ਸਮਝ ਦੇ ਸਮਝਦੇ ਹਨ। ਆਤਮਾ ਨਾ ਸਮਝ ਦੇ ਸਮਝਦੇ ਹਨ। ਜੋ ਦੇਹ ਅਭਿਮਾਨ ਅਤੇ ਦੇਹ ਦੀ ਪੁਰਾਣੀ ਦੁਨੀਆ ਪੁਰਾਣੇ ਸੰਬੰਧਾਂ ਤੋਂ ਸਦਾ ਉੱਪਰ ਉੱਡਦੇ ਰਹਿੰਦੇ ਹਨ। ਜਰਾ ਵੀ ਮਨੁੱਖਪਣ ਦੀ ਬਦਬੂ ਨਾ ਹੋਵੇ। ਦੇਹੀ ਅਭਿਮਾਨੀ ਸਥਿਤੀ ਵਿੱਚ ਰਹੋ। ਗਿਆਨ ਅਤੇ ਯੋਗ ਦੇ ਖੰਭ ਮਜ਼ਬੂਤ ਹੋਣ ਤਾਂ ਕਹਾਂਗੇ ਇੰਦਰਪ੍ਰਸਥ ਨਿਵਾਸੀ। ਸਲੋਗਨ ਹੈ ਆਪਣੇ ਤਨ ਮਨ ਧਨ ਨੂੰ ਸਫਲ ਕਰਨਾ ਅਤੇ ਸਾਰੇ ਖਜ਼ਾਨਿਆਂ ਨੂੰ बढ़ाਉਣ ਵਾਲੇ ਹੀ ਸਮਝਦਾਰ ਹਨ। ਅੱਛਾ ਓਮ ਸ਼ਾਂਤੀ।